हाँ जी, सत श्री अकाल दोस्तों, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਨਾਈਲੈਟ ਵੱਲੋਂ ਨਵੀਂ ਭਰਤੀ ਆਊਟ ਹੋਈ ਆ। ਨਾਈਲੈਟ ਆ ਦੋਸਤੋ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਤੇ ਇੱਕ ਆਟੋਨੋਮਸ ਸਾਇੰਟੀਫਿਕ ਸੁਸਾਇਟੀ ਆ ਜਿਹੜੀ ਕਿ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਮਾਇਤੀ ਜਿਹਨੂੰ ਕਿਹਾ ਜਾਂਦਾ, ਉਹਦੇ ਅੰਡਰ ਇਹ ਕੰਮ ਕਰਦੀ ਹੈ ਗੌਰਮੈਂਟ ਆਫ ਇੰਡੀਆ ਦੇ। ਤੇ ਦੋਸਤੋ, ਇਹਦਾ ਹੈੱਡ ਆਫਿਸ ਜਿਹੜਾ ਹੈਗਾ ਜੀ ਉਹ ਨਿਊ ਦਿੱਲੀ ਦੇ ਵਿੱਚ ਹੈ ਤੇ ਇਹਦੇ 47 ਲੋਕੇਸ਼ਨਸ ਨੇ ਜਿਹੜੀਆਂ ਇੰਡੀਆ ਦੇ ਵਿੱਚ ਨਾਈਲੈਟ ਦੀਆਂ, ਜਿੱਥੇ ਨਾਈਲੈਟ ਦੇ ਸੈਂਟਰ ਜਾਂ ਫਿਰ ਐਕਸਟੈਂਸ਼ਨ ਸੈਂਟਰ ਜਿਹੜੇ ਬਣੇ ਹੋਏ ਆ। ਤੇ ਜੇ ਆਪਾਂ ਆਪਣੇ ਨੇੜੇ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿਖੇ ਇੱਕ ਇਹਦਾ ਸੈਂਟਰ ਜਿਹੜਾ ਬਣਿਆ ਹੋਇਆ ਨਾਈਲੈਟ ਦਾ, ਤੇ ਇਸ ਤੋਂ ਇਲਾਵਾ ਦਿੱਲੀ ਵਿਖੇ ਨਾਈਲੈਟ ਦਾ ਸੈਂਟਰ ਹੈ। ਇਸ ਤੋਂ ਇਲਾਵਾ ਆਲ ਓਵਰ ਇੰਡੀਆ, ਠੀਕ ਹੈ, ਕਾफ़ी दूर दूर तक नाइलैट के जोड़े सेंटर बने हुए हैं, जिमें इंफाल, ईटानगर वगैरह, ठीक है, कारगिल वगैरह च, या इस तो इलावा जे आप गल करिए अजमेर, ऐजवाल, भुवनेश्वर तक, ठीक है जी, कलकत्ता वगैरह, तो काफ़ी दूर दूर तक जोड़े नाइलैट के सेंटर है। तो इस तो बाद दोस्तों ये एक चीज़ होर है नाइलैट की कि पंजाब दे विच भी इहदा एक सेंटर हैगा जी रोपड़ विखे, ठीक है, पंजाब वाले भी नोट कर लो कि रोपड़ विखे नाइलैट का सेंटर है। ਤੇ ਨਾਈਲੈਟ ਉਹੀ ਅਦਾਰਾ ਜਿਹੜਾ ਤੁਹਾਡੇ PSSB ਦੇ ਟੈਂਡਰ ਵਗੈਰਾ ਹੁੰਦੇ ਆ, PSSB ਦੇ ਐਗਜ਼ਾਮ ਵਗੈਰਾ ਨਾਈਲੈਟ ਕੰਡਕਟ ਕਰਦਾ। ਇਸ ਤੋਂ ਇਲਾਵਾ 2016-17 ਦੀ ਜਿਹੜੀ ਪੰਜਾਬ ਪੁਲਿਸ ਦੀ ਭਰਤੀ ਸੀਗੀ ਉਹ ਵੀ ਨਾਈਲੈਟ ਨੇ ਸਾਰੀ ਕੰਡਕਟ ਕੀਤੀ ਸੀ, ਠੀਕ ਹੈ ਜੀ। ਇਹ ਸੀ ਨਾਈਲੈਟ ਦੇ ਸੰਬੰਧੀ ਥੋੜ੍ਹੀ ਬਹੁਤੀ ਇਨਫੋਰਮੇਸ਼ਨ। ਤੇ ਹੁਣ ਨਾਈਲੈਟ ਦੇ ਵਿੱਚ ਪੋਸਟਾਂ ਆਈਆਂ ਨੇ, ਡਾਇਰੈਕਟ ਰਿਕਰੂਟਮੈਂਟ ਬੇਸਿਸ ਤੇ ਭਰਤੀ ਆਈ ਆ। ਕਿਹੜੀਆਂ ਪੋਸਟਾਂ ਨੇ ਉਹ ਨੋਟ ਕਰ ਲਓ। ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਦੋਸਤੋ ਪੋਸਟ ਹੈਗੀ ਹੈ ਜੀ ਸਾਇੰਟਿਸਟ ਦੀ ਪੋਸਟ ਹੈ, ਸਾਇੰਟਿਸਟ C ਪੋਸਟ ਦਾ ਨਾਮ ਹੈ। ਤੇ ਟੋਟਲ ਇੱਕ ਪੋਸਟ ਹੈ SC ਕੈਟੇਗਰੀ ਦੇ ਲਈ ਹੈ। ਪੇ ਸਕੇਲ ਜਿਹੜਾ ਮਿਲਣਾ 67,700 ਤੋਂ ਲੈ ਕੇ 2,08,700 ਤੱਕ ਜਿਹੜਾ ਤੁਹਾਨੂੰ ਪੇ ਸਕੇਲ ਇਹਦਾ ਹੈਗਾ ਜੀ ਲੈਵਲ 11 ਦਾ। ਤੇ ਇਹਦੇ ਲਈ ਤੁਸੀਂ ਰੈਗੂਲਰ BE ਜਾਂ BTech ਕੀਤੀ ਹੋਵੇ, ਕੰਪਿਊਟਰ ਸਾਇੰਸ, ਕੰਪਿਊਟਰ ਇੰਜੀਨੀਅਰਿੰਗ, ਇਨਫੋਰਮੇਸ਼ਨ ਟੈਕਨੋਲੋਜੀ, ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ, इलेक्ट्रॉनिक्स एंड इंस्ट्रूमेंटेशन, इलेक्ट्रॉनिक्स एंड कम्युनिकेशन, MSc इलेक्ट्रॉनिक्स, अप्लाइड इलेक्ट्रॉनिक्स और फिजिक्स विद फस्ट क्लास फ्रॉम ए रैकगनाइज यूनिवर्सिटी। इस तो इलावा जेकर तुसी MTech या ME की हुई है कंप्यूटर साइंस, IT, इलेक्ट्रॉनिक्स एटसैक्ट्रा दे विच विद फस्ट क्लास तां भी तुसी अप्लाई कर सकते हो। या फिर जेकर तुसी PhD की है कंप्यूटर इंजीनियरिंग दे विच या कंप्यूटर साइंस दे विच या IT दे विच ਤਾਂ ਵੀ ਤੁਸੀਂ ਇਹਦੇ ਲਈ ਐਲੀਜੀਬਲ ਹੋ, ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹਦੇ ਲਈ ਐਕਸਪੀਰੀਅੰਸ ਜਿਹੜਾ ਮੰਗਿਆ, ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਮੰਗਿਆ ਰੈਲੇਵੈਂਟ ਫੀਲਡ ਦੇ ਵਿੱਚ 4 ਇਅਰਸ ਦਾ ਐਕਸਪੀਰੀਅੰਸ ਮੰਗਿਆ ਜੇਕਰ ਤੁਹਾਡੇ ਕੋਲ A ਕਾਲਮ ਵਾਲੀ ਕੁਆਲੀਫਿਕੇਸ਼ਨ ਹੈ, ਠੀਕ ਹੈ। 2 ਸਾਲ ਦਾ ਐਕਸਪੀਰੀਅੰਸ ਮੰਗਿਆ ਜੇਕਰ ਤੁਹਾਡੇ ਕੋਲ B ਕਾਲਮ ਵਾਲੀ ਕੁਆਲੀਫਿਕੇਸ਼ਨ ਹੈ। ਇਸ ਤੋਂ ਇਲਾਵਾ ਨਿਲ ਐਕਸਪੀਰੀਅੰਸ ਹੈ ਜੇਕਰ ਤੁਹਾਡੇ ਕੋਲ C ਵਾਲੀ ਹੈ, ਭਾਵ ਕਿ ਜੇਕਰ ਤੁਸੀਂ PhD ਕੀਤੀ ਆ ਤਾਂ ਤੁਹਾਡੇ ਕੋਲ ਕੋਈ ਵੀ ਐਕਸਪੀਰੀਅੰਸ ਨਹੀਂ ਚਾਹੀਦਾ। ਤੇ ਇਹਦੀ ਜਿਹੜੀ ਪੋਸਟਿੰਗ ਹੋਣੀ ਉਹ ਕੈਲੀਕਟ ਵਿਖੇ ਹੋਣੀ ਹੈ, ਠੀਕ ਹੈ। ਤੇ ਅਪ ਟੂ 35 ਇਅਰਸ ਤੱਕ ਕੈਂਡੀਡੇਟ ਅਪਲਾਈ ਕਰ ਸਕਦੇ ਜਿਨ੍ਹਾਂ ਦੀ ਏਜ 35 ਸਾਲ ਤੱਕ ਦੀ ਹੈ। ਇੰਟਰਵਿਊ, ਇਹਦਾ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀ ਤਾਂ ਇੰਟਰਵਿਊ ਹੋਣਾ ਵਿਚ ਮੇ ਨਾਟ ਬੀ ਪ੍ਰੋਸੀਡਡ ਬਾਈ ਰਿਟਨ ਟੈਸਟ, ਠੀਕ ਹੈ। ਇਸ ਤੋਂ ਪਹਿਲਾਂ ਰਿਟਨ ਟੈਸਟ ਹੋਏਗਾ ਜਾਂ ਨਹੀਂ ਹੋਏਗਾ ਇਹਦਾ ਕੋਈ ਪੱਕਾ ਨਹੀਂ ਹੈ, ਬਟ ਇੰਟਰਵਿਊ ਇਹਦੇ 'ਚ ਜ਼ਰੂਰ ਹੋਏਗਾ। ਉਸ ਤੋਂ ਬਾਅਦ ਜੀ ਅੱਗੇ ਚੱਲਦੇ ਹਾਂ। ਅੱਗੇ ਜਿਹੜੀ ਪੋਸਟ ਹੈ ਜੀ ਸਾਇੰਟਿਸਟ B ਦੀ ਪੋਸਟ ਹੈ, ਠੀਕ ਹੈ। ਇਹ ਤਾਂ ਵੀਡੀਓ ਬਣਾ ਰਿਹਾ, ਕਈ ਵਾਰ ਇਹ ਸੋਚਦੇ ਆ ਕੈਂਡੀਡੇਟ ਵੀ ਯਾਰ ਸਾਡਾ ਟਾਈਮ ਵੇਸਟ ਕਰ ਰਿਹਾ ਜਾਂ ਕੁਛ ਹੋਰ ਕਰ ਰਿਹਾ। ਵੀਡੀਓ ਤਾਂ ਬਣਾ ਰਹੇ ਕਿਉਂਕਿ ਇਹਦੇ ਵਿੱਚ ਪੰਜਾਬ ਦੀਆਂ ਵੀ ਪੋਸਟਾਂ ਹੈਗੀਆਂ, ਚੰਡੀਗੜ੍ਹ ਦੀਆਂ ਵੀ ਪੋਸਟਾਂ ਹੈਗੀਆਂ, ਤਾਂ ਕਰਕੇ ਤੁਹਾਡੇ ਲਈ ਬੈਨੀਫੀਸ਼ੀਅਲ ਰਹਿਣੀਆਂ ਹੈ। ਉਸ ਤੋਂ ਇਲਾਵਾ ਜੀ ਸਾਇੰਟਿਸਟ B ਦੇ ਲਈ ਟੋਟਲ 12 ਪੋਸਟਾਂ, 7 ਜਨਰਲ ਦੀਆਂ, 5 OBC ਦੀਆਂ। ਪੇ ਸਕੇਲ 56,100 ਤੋਂ 1,77,500 ਤੱਕ ਹੈ ਜੀ। ਇਹਦੇ ਲਈ ਤੁਸੀਂ ਰੈਗੂਲਰ BE ਜਾਂ BTech ਕੀਤੀ ਹੋਵੇ, ਕੰਪਿਊਟਰ ਸਾਇੰਸ, ਕੰਪਿਊਟਰ ਇੰਜੀਨੀਅਰਿੰਗ, ਇਨਫੋਰਮੇਸ਼ਨ ਟੈਕਨੋਲੋਜੀ, ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ, इलैक्ट्रॉनिक्स एंड इंस्ट्रूमेंटेशन, इलैक्ट्रॉनिक्स एंड कम्युनिकेशन और इक्वलेंट फस्ट क्लास तुसी कीती हो फस्ट क्लास दे विच, या फिर तुसी MSc इलैक्ट्रॉनिक्स, अप्लाइड इलैक्ट्रॉनिक्स या फिर फिजिक्स दे विच कीती हो फस्ट क्लास दे नाल। ते एक्सपीरियंस तुहाडे कोल पोस्ट क्वालीफिकेशन एक्सपीरियंस है रैलेवेंट फील्ड दे विच। जेकर तुसी रैगूलर BE BTech वगैरह कीती है कंप्यूटर साइंस, कंप्यूटर इंजीनियरिंग वगैरह च, तां तुहाडे कोल कोई भी एक्सपीरियंस नहीं चाहिदा। जेकर तुसी MSc वगैरह कीती है इलैक्ट्रॉनिक्स, अप्लाइड इलैक्ट्रॉनिक्स या फिजिक्स ਦੇ ਵਿੱਚ ਤਾਂ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਚਾਹੀਦਾ। ਇਹਦੀਆਂ 2 ਪੋਸਟਾਂ ਦੋਸਤੋ ਚੇਨਈ ਨੇ, ਇੱਕ ਪੋਸਟ ਕਲਕੱਤੇ ਹੈ। ਤੇ ਇਸ ਤੋਂ ਇਲਾਵਾ ਜੀ ਇਹਦੀਆਂ 2 ਪੋਸਟਾਂ ਔਰੰਗਾਬਾਦ ਹੈ ਤੇ ਇਹਦੀਆਂ
4 पोस्टां रोपड़ है। ठीक है जी, तो पंजाब वाले कैंडिडेट नोट कर लो कि 4 पोस्टां रोपड़ है, 3 ਜਿਹੜੀਆਂ ਹੈਗੀਆਂ ਜਨਰਲ ਦੀਆਂ, 1 OBC ਦੀ ਹੈ ਤੇ 2 ਪੋਸਟਾਂ ਇਹਦੀਆਂ ਦਿੱਲੀ ਦੇ ਵਿੱਚ ਆ। ਤੇ ਇਹਦੇ ਲਈ 30 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਜੀ। ਰਿਲੈਕਸੇਸ਼ਨ ਐਜ਼ ਪਰ GOI ਰੂਲਸ, ਤਾਂ ਗਵਰਨਮੈਂਟ ਆਫ ਇੰਡੀਆ ਦੀ ਜੋ ਵੀ ਇੰਸਟਰਕਸ਼ਨਸ ਨੇ 5 ਸਾਲ ਦੀ SC ਨੂੰ ਏਜ ਰਿਲੈਕਸੇਸ਼ਨ ਹੁੰਦੀ ਹੈ, ਤਾਂ ਉਹ ਰਿਲੈਕਸੇਸ਼ਨ ਤੁਹਾਨੂੰ ਇਹਦੇ 'ਚ ਮਿਲੇਗੀ। ਇੰਟਰਵਿਊ ਵਗੈਰਾ ਹੋਏਗਾ ਤੇ ਰਿਟਨ ਟੈਸਟ ਹੋਏਗਾ ਜਾਂ ਨਹੀਂ ਹੋਏਗਾ, ਨੰਬਰ ਆਫ ਐਪਲੀਕੈਂਟਸ 'ਤੇ ਡਿਪੈਂਡ ਕਰਦਾ ਕਿੰਨੇ ਕੈਂਡੀਡੇਟ 'ਚ ਅਪਲਾਈ ਕਰਦੇ ਆ। ਕਾਫੀ ਅੱਛੀ ਪੋਸਟ ਹੈ, ਕਾਫੀ ਅੱਛਾ ਪੇ ਸਕੇਲ ਹੈ। 56-100 ਤੋਂ ਸਟਾਰਟਿੰਗ ਹੋਏਗੀ ਤੁਹਾਡੀ, 1,77,500 ਤੱਕ ਦਾ ਸਕੇਲ ਹੈ। ਤੇ ਜਿਹਨੇ BTech ਵਗੈਰਾ ਕੀਤੀ ਹੋਈ ਇਹਨਾਂ ਸਟਰੀਮਸ ਦੇ ਵਿੱਚ ਆਪਣਾ ਕਿਸਮਤ ਜ਼ਰੂਰ ਅਜਮਾ ਕੇ ਦੇਖੋ ਇਹਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਲੋਕਲ ਪੋਸਟ ਹੈ। ਉਸ ਤੋਂ ਬਾਅਦ ਜੀ ਵਰਕਸ਼ਾਪ ਸੁਪਰਡੈਂਟੈਂਟ ਦੀਆਂ 2 ਪੋਸਟਾਂ, 56-100 ਤੋਂ 1,77,500 ਤੱਕ ਸੈਲਰੀ ਹੈ ਜੀ। ਬੈਚਲਰ ਡਿਗਰੀ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਵੇ ਜਾਂ ਟੈਕਨੋਲੋਜੀ ਦੇ ਵਿੱਚ, ਜਾਂ ਫਿਰ ਐਸੋਸੀਏਟ ਮੈਂਬਰ ਹੋਣੇ ਚਾਹੀਦੇ ਤੁਸੀਂ ਇੰਸਟੀਟਿਊਟ ਆਫ ਇੰਜੀਨੀਅਰਸ AMIE ਇਨ ਦਾ ਫੀਲਡ ਆਫ ਮਕੈਨੀਕਲ ਇੰਜੀਨੀਅਰਿੰਗ। 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਜੇਕਰ ਤੁਸੀਂ BTech ਕੀਤੀ ਹੈ, 3 ਸਾਲ ਦਾ ਚਾਹੀਦਾ ਜੇਕਰ ਤੁਸੀਂ ME MTech ਕੀਤੀ ਹੈ। ਇਹਦੀ ਇੱਕ ਪੋਸਟ JNK 'ਚ ਹੈ, ਜੰਮੂ ਐਂਡ ਕਸ਼ਮੀਰ 'ਚ, ਤੇ ਇੱਕ ਹੈੱਡਕੁਆਟਰ ਹੈ ਨਵੀਂ ਦਿੱਲੀ। 35 ਸਾਲ ਤੱਕ ਦੀ ਏਜ ਲਿਮਿਟ ਹੈ ਜੀ। ਉਸ ਤੋਂ ਬਾਅਦ ਇੰਟਰਵਿਊ ਵਗੈਰਾ 'ਚ ਹੋਣੇ ਆ। ਅੱਗੇ ਦੋਸਤੋ ਅਸਿਸਟੈਂਟ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਦੀ ਪੋਸਟ ਹੈ ਜਿਹੜੀ ਐਡਮਿਨਿਸਟ੍ਰੇਸ਼ਨ ਦੀ, ਅਸਿਸਟੈਂਟ ਡਾਇਰੈਕਟਰ ਦੀ ਇੱਕ ਪੋਸਟ ਹੈ। ਟੋਟਲ ਪੇ ਸਕੇਲ ਜਿਹੜਾ 56-100 ਤੋਂ 1,77,500 ਤੱਕ 1,77,500 ਤੱਕ ਚਾਹੀਦਾ। ਤੇ ਇਹਦੇ ਲਈ ਗ੍ਰੈਜੂਏਟ ਤੁਸੀਂ ਹੋਣੇ ਚਾਹੀਦੇ ਹੋ ਕਿਸੇ ਵੀ ਰੈਕਗਨਾਈਜ਼ ਯੂਨੀਵਰਸਿਟੀ ਤੋਂ, 60% ਤੁਹਾਡੇ ਮਾਰਕਸ ਹੋਣੇ ਚਾਹੀਦੇ ਤੇ ਤੁਸੀਂ PG ਡਿਪਲੋਮਾ ਕੀਤੇ ਹੋਏ ਪਰਸੋਨਲ HR ਮੈਨੇਜਮੈਂਟ ਇੰਡਸਟਰੀਅਲ ਰਿਲੇਸ਼ਨ ਲੇਬਰ ਲਾਅ ਦੇ ਵਿੱਚ, ਜਾਂ ਫਿਰ ਜੇਕਰ ਤੁਸੀਂ ਪੋਸਟ ਗ੍ਰੈਜੂਏਟ ਡਿਗਰੀ ਕਰ ਰਹੇ ਹੋ ਜਾਂ ਕੀਤੀ ਆ 60% ਮਾਰਕਸ ਤੁਹਾਡੇ ਹੋਣੇ ਚਾਹੀਦੇ ਤੇ PG ਡਿਪਲੋਮਾ ਤੁਹਾਡਾ ਉਹਨਾਂ ਟ੍ਰੇਡਸ ਦੇ ਵਿੱਚ ਹੀ ਹੋਣਾ ਚਾਹੀਦਾ, ਪਰਸੋਨਲ HR ਮੈਨੇਜਮੈਂਟ ਇੰਡਸਟਰੀਅਲ ਰਿਲੇਸ਼ਨ ਜਾਂ ਲੇਬਰ ਲਾਅ ਦੇ ਵਿੱਚ। ਜਾਂ ਫਿਰ ਜੇਕਰ ਤੁਸੀਂ MBA ਕੀਤੀ ਆ ਪਰਸੋਨਲ ਜਾਂ HR ਮੈਨੇਜਮੈਂਟ ਦੇ ਵਿੱਚ 60% ਮਾਰਕਸ ਦੇ ਨਾਲ, ਤਾਂ ਵੀ ਅਪਲਾਈ ਕਰ ਸਕਦੇ ਹੋ। ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਚਾਹੀਦਾ ਜੀ, ਰਿਸਪੌਂਸੀਬਲ ਪੋਜੀਸ਼ਨ ਦੇ ਲਈ ਚਾਹੀਦਾ। ਇਹਦੇ ਵਿੱਚ 7 ਸਾਲ ਦਾ ਐਕਸਪੀਰੀਅੰਸ ਚਾਹੀਦਾ A ਕਾਲਮ ਵਾਲੀ ਲਈ, 5 ਸਾਲ ਦਾ ਚਾਹੀਦਾ B ਕਾਲਮ ਲਈ ਤੇ 2 ਸਾਲ ਦਾ ਚਾਹੀਦਾ C ਕਾਲਮ ਲਈ। ਗੁਹਾਟੀ ਵਿਖੇ ਇੱਕ ਪੋਸਟ ਹੈ, 40 ਸਾਲ ਤੱਕ ਦੀ ਏਜ ਲਿਮਿਟ ਹੈ। ਡਿਪਟੀ ਮੈਨੇਜਰ ਡਾਟਾਬੇਸ ਇੱਕ ਪੋਸਟ ਹੈ ਜੀ, 44,900 ਤੋਂ 1,42,400 ਤੱਕ ਦਾ ਸਕੇਲ ਹੈ। 3 ਸਾਲ ਦੀ ਫੁੱਲ ਟਾਈਮ ਤੁਸੀਂ BSc ਕੰਪਿਊਟਰ ਸਾਇੰਸ ਜਾਂ BSc IT ਕੀਤੀ ਹੋਵੇ, ਜਾਂ ਫਿਰ BCA ਕੀਤੀ ਹੋਵੇ ਜੀ, 3 ਈਅਰ ਕੋਰਸ ਫੁੱਲ ਟਾਈਮ, ਤੇ ਉਹਦੇ ਨਾਲ ਤੁਹਾਡੇ ਕੋਲ, ਜਾਂ ਫਿਰ ਤੁਹਾਡੇ ਕੋਲ A ਲੈਵਲ ਦਾ ਕੋਰਸ ਕੀਤਾ ਹੋਵੇ ਤੁਸੀਂ ਨਾਇਲਟ ਵਿੱਚੋਂ ਵਿਦ ਮੈਥਮੈਟਿਕਸ ਐਜ਼ ਅ ਸਬਜੈਕਟ +2 ਲੈਵਲ ਦੇ ਤੁਹਾਡੇ ਕੋਲ ਮੈਥਮੈਟਿਕਸ ਹੋਵੇ, ਜਾਂ ਫਿਰ ਤੁਸੀਂ 3 ਈਅਰ ਫੁੱਲ ਟਾਈਮ ਡਿਪਲੋਮਾ ਇਨ ਕੰਪਿਊਟਰ ਸਾਇੰਸ ਕੀਤਾ ਹੋਵੇ ਜਾਂ IT ਦੇ ਵਿੱਚ ਕੀਤਾ ਹੋਵੇ ਵਿਦ ਮੈਥਮੈਟਿਕਸ ਐਜ਼ ਅ ਸਬਜੈਕਟ +2 ਲੈਵਲ। ਤਾਂ ਇਹਦੇ ਲਈ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਜਿਹੜਾ 7 ਸਾਲ ਦਾ ਚਾਹੀਦਾ ਦੋਸਤੋ, ਨੋਟ ਕਰ ਲਓ। ਐਨੀ ਹਾਇਰ ਕੁਆਲੀਫਿਕੇਸ਼ਨ ਦਾ above discipline will also be eligible for the post with requisite experience। ਤਾਂ ਜੇਕਰ ਕਿਸੇ ਨੇ ਹਾਇਰ ਕੁਆਲੀਫਿਕੇਸ਼ਨ ਹੈ, ਜਿਹਦੇ ਕੋਲ ਮੰਨ ਲਓ MSc IT ਵਗੈਰਾ ਜਾਂ MCA ਕੀਤੀ ਹੈ, ਉਹ ਵੀ ਕੈਂਡੀਡੇਟ ਐਲੀਜੀਬਲ ਅਪਲਾਈ ਕਰ ਸਕਦੇ ਆ। ਹੈੱਡਕੁਆਟਰ ਵਿਖੇ ਦੀ ਇੱਕ ਪੋਸਟ ਹੈ, 35 ਸਾਲ ਤੱਕ ਦੀ ਏਜ ਲਿਮਿਟ ਹੈ ਜੀ। ਉਸ ਤੋਂ ਬਾਅਦ ਜੇ ਆ ਜਾਂਦਾ ਜੀ ਪ੍ਰਾਈਵੇਟ ਸੈਕਟਰੀ ਰੱਖਣਾ ਕਿਹਨਾਂ ਨੇ, ਇੱਕ ਪੋਸਟ ਹੈ ਟੋਟਲ ਜਨਰਲ ਕੈਟੇਗਰੀ ਦੀ, 44,900 ਤੋਂ 1,42,400 ਤੱਕ ਦਾ ਸਕੇਲ ਹੈ ਜੀ। ਤੇ ਰੈਗੂਲਰ ਪੋਸਟਾਂ ਨੇ, ਇਹ ਵੀ ਨੋਟ ਕਰ ਲਿਓ। ਪ੍ਰਾਈਵੇਟ ਸੈਕਟਰੀ ਦੇ ਲਈ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ, 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਨੂੰ ਰੈਲੇਵੈਂਟ ਫੀਲਡ ਦੇ ਵਿੱਚ। ਨਾਇਲਟ ਦਾ C ਲੈਵਲ ਦਾ ਤੁਸੀਂ ਕੋਰਸ ਕੀਤਾ ਹੋਵੇ CCC, ਜਾਂ ਫਿਰ ਤੁਹਾਡੇ ਕੋਲ ਹਾਇਰ ਕੁਆਲੀਫਿਕੇਸ਼ਨ ਹੋਵੇ। ਸਕਿੱਲ ਟੈਸਟ ਤੁਹਾਡਾ ਹੋਣਾ, ਇਹਦੇ 'ਚ ਡਿਕਟੇਸ਼ਨ ਟੈਸਟ ਹੋਣਾ 100 ਵਰਡਸ ਪਰ ਮਿੰਟ ਦੀ ਸਪੀਡ ਦੇ 7 ਮਿੰਟ ਦਾ। ਟਰਾਂਸਕ੍ਰਿਪਸ਼ਨ ਉਹਦੀ ਹੋਣੀ ਹੈ 45 ਮਿੰਟਸ ਇੰਗਲਿਸ਼, 60 ਮਿੰਟਸ ਹਿੰਦੀ ਔਨ ਕੰਪਿਊਟਰ। ਤੇ ਇੱਕ ਪੋਸਟ ਹੈ ਜੀ ਰੋਪੜ ਵਿਖੇ ਪੋਸਟ ਹੈ, ਉਸ ਤੋਂ ਰੋਪੜ ਪੰਜਾਬ ਵਿਖੇ 35 ਸਾਲ ਤੱਕ ਦੀ ਏਜ ਲਿਮਿਟ ਹੈ। ਰਿਟਨ ਟੈਸਟ ਹੋਣਾ ਇਹਦਾ MCQ ਬੇਸਡ ਰਿਟਨ ਟੈਸਟ ਹੋਣਾ, ਉਸ ਤੋਂ ਬਾਅਦ ਇਹਦਾ ਸਕਿੱਲ ਟੈਸਟ ਹੋਣਾ ਸ਼ਾਰਟ ਹੈਂਡ ਦਾ। ਨੈਕਸਟ ਦੋਸਤੋ ਸੀਨੀਅਰ ਟੈਕਨੀਕਲ ਅਸਿਸਟੈਂਟ, ਇਹਦੇ 'ਚ 7 ਪੋਸਟਾਂ ਜੀ, 3 ਜਨਰਲ ਹੈ, 1 SC ਹੈ, 1 ST ਹੈ, 2 EWS ਹੈ। 35,400 ਤੋਂ ਲੈ ਕੇ 1,12,400 ਤੱਕ ਦਾ ਇਹਦਾ ਪੇ ਸਕੇਲ ਹੈ ਜੀ। ਰੈਗੂਲਰ BE BTech ਤੁਸੀਂ ਕੰਪਿਊਟਰ ਸਾਇੰਸ, ਕੰਪਿਊਟਰ ਇੰਜੀਨੀਅਰਿੰਗ, IT, ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰ, ਇਲੈਕਟ੍ਰੋਨਿਕਸ ਐਂਡ ਇੰਸਟਰੂਮੈਂਟੇਸ਼ਨ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਜਾਂ ਫਿਰ ਇਹਦੇ ਇਕੁਇਵਲੈਂਟ ਫਸਟ ਕਲਾਸ ਦੇ ਵਿੱਚ ਤੁਸੀਂ ਕੀਤੀ ਹੋਵੇ BE BTech। ਜਾਂ ਫਿਰ ਜੇਕਰ ਤੁਸੀਂ MSc ਕੀਤੀ ਆ ਕੰਪਿਊਟਰ ਸਾਇੰਸ, MSc IT ਕੀਤੀ ਆ ਫਸਟ ਕਲਾਸ ਦੇ ਵਿੱਚ, ਤਾਂ ਵੀ ਅਪਲਾਈ ਕਰ ਸਕਦੇ ਹੋ। ਜਾਂ ਫਿਰ ਤੁਸੀਂ MCA ਕੀਤੀ ਆ ਪ੍ਰੋਸੀਡਡ ਬਾਏ BSc ਵਿਦ ਮੈਥਮੈਟਿਕਸ ਐਜ਼ ਸਬਜੈਕਟ ਔਰ BCA ਵਿਦ ਮੈਥਮੈਟਿਕਸ ਐਟ +2 60% ਮਾਰਕਸ, ਤਾਂ ਵੀ ਅਪਲਾਈ ਕਰ ਸਕਦੇ ਹੋ। ਜਾਂ ਫਿਰ ਤੁਸੀਂ B ਲੈਵਲ ਦਾ ਕੋਰਸ ਕੀਤਾ 60% ਮਾਰਕਸ ਦੇ ਨਾਲ ਤੇ ਮੈਥਮੈਟਿਕਸ ਸਬਜੈਕਟ ਸੀ ਤੁਹਾਡੇ ਕੋਲ +2, ਤਾਂ ਵੀ ਅਪਲਾਈ ਕਰ ਸਕਦੇ ਹੋ।
ਜਾਂ ਫਿਰ ਤੁਸੀਂ ਫਸਟ ਕਲਾਸ ਡਿਪਲੋਮਾ ਕੀਤਾ 3 ਈਅਰ ਫੁੱਲ ਟਾਈਮ ਡਿਪਲੋਮਾ ਕੰਪਿਊਟਰ ਸਾਇੰਸ IT ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਦੇ ਵਿੱਚ ਤਾਂ ਵੀ ਐਲੀਜੀਬਲ ਹੋ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਜੀ ਐਕਸਪੀਰੀਅੰਸ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਚਾਹੀਦਾ ਜੀ। ਜੇਕਰ ਤੁਹਾਡੇ ਕੋਲ A ਲੈਵਲ ਦੀ ਕੁਆਲੀਫਿਕੇਸ਼ਨ ਆ ਤਾਂ ਨਿਲ ਐਕਸਪੀਰੀਅੰਸ ਚਾਹੀਦਾ ਜੀ। ਉਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ B ਕਾਲਮ ਵਾਲਾ ਕੁਆਲੀਫਿਕੇਸ਼ਨ ਆ ਤਾਂ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਜੀ। B C ਤੇ D ਤਿੰਨਾਂ ਲਈ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ, ਭਾਵ ਕਿ ਤੁਸੀਂ MSc ਕੀਤੀ ਹੈ, MCA ਕੀਤੀ ਹੈ, B ਲੈਵਲ ਦਾ ਕੋਰਸ ਕੀਤਾ, 1 ਸਾਲ ਦਾ ਤਜਰਬਾ ਚਾਹੀਦਾ। ਜੇਕਰ ਡਿਪਲੋਮਾ ਕੀਤਾ ਤਾਂ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਜੀ। ਗੋਰਖਪੁਰ ਵਿਖੇ 1 ਪੋਸਟ ਹੈ ਜੀ, ਕੈਲੀਕਟ ਵਿਖੇ 1 ਪੋਸਟ ਹੈ, ਰੋਪੜ ਪੰਜਾਬ ਵਿਖੇ 2 ਪੋਸਟ ਹੈ, ਔਰੰਗਾਬਾਦ ਵਿਖੇ 2 ਪੋਸਟ ਹੈ। 30 ਸਾਲ ਤੱਕ ਦੀ ਏਜ ਲਿਮਿਟ ਹੈ ਜੀ। ਰਿਟਨ ਟੈਸਟ ਆਬਜੈਕਟਿਵ ਟਾਈਪ ਟੈਸਟ MCQ ਬੇਸਡ ਟੈਸਟ ਹੋਣਾ ਇਹਦੇ 'ਚ। ਉਸ ਤੋਂ ਬਾਅਦ ਜੀ ਸੀਨੀਅਰ ਟੈਕਨੀਕਲ ਅਸਿਸਟੈਂਟ ਸਟੋਰ, ਇਹਦੇ ਲਈ 2 ਪੋਸਟ ਹੈ ਜੀ। 1 ਜਨਰਲ 1 OBC 35,400 ਤੋਂ 1,12,400 ਤੱਕ ਦਾ ਸਕੇਲ ਹੈ। ਬੈਚਲਰ ਡਿਗਰੀ ਤੁਸੀਂ ਕੀਤੀ ਹੋਵੇ ਜਾਂ ਫਿਰ ਡਿਪਲੋਮਾ ਕੀਤਾ ਹੋਵੇ ਮਟੀਰੀਅਲ ਮੈਨੇਜਮੈਂਟ ਦੇ ਵਿੱਚ ਤੇ 3 ਸਾਲ ਦਾ ਐਕਸਪੀਰੀਅੰਸ ਹੋਵੇ। ਨਾਈਲੈਟ CCC ਕੋਰਸ ਕੀਤਾ ਹੋਵੇ ਜਾਂ ਹਾਇਰ ਕੁਆਲੀਫਿਕੇਸ਼ਨ ਹੋਵੇ। ਤੇ ਗੋਰਖਪੁਰ ਵਿਖੇ 1 ਪੋਸਟ ਹੈ, ਇੱਕ ਇੰਫਾਲ ਵਿਖੇ 32 ਸਾਲ ਤੱਕ ਦੀ ਏਜ ਲਿਮਿਟ ਹੈ। ਉਸ ਤੋਂ ਬਾਅਦ ਜੀ ਸੀਨੀਅਰ ਟੈਕਨੀਕਲ ਅਸਿਸਟੈਂਟ ਸਿਵਲ ਦੇ ਆ ਜਾਂਦੇ ਆ 2 ਪੋਸਟਾਂ ਇਹਦੀਆਂ। ਜਨਰਲ ਕੈਟਾਗਰੀ ਦੀਆਂ 35,400 ਤੇ 1,12,000 ਦਾ 1,12,400 ਸਕੇਲ ਹੈ ਜੀ। 3 ਸਾਲ ਦਾ ਫੁੱਲ ਟਾਈਮ ਡਿਪਲੋਮਾ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੀਤਾ ਹੋਵੇ, 5 ਸਾਲ ਦਾ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਹੋਵੇ। 1 ਪੋਸਟ ਇੰਫਾਲ ਵਿਖੇ ਹੈ, 1 JNK ਵਿਖੇ ਆ। 35 ਸਾਲ ਤੱਕ ਦੀ ਏਜ ਲਿਮਿਟ ਹੈ। ਰਿਟਨ ਟੈਸਟ ਆਬਜੈਕਟਿਵ ਟਾਈਪ ਟੈਸਟ ਤੁਹਾਡਾ ਹੋਏਗਾ MCQ ਬੇਸਡ। ਉਸ ਤੋਂ ਬਾਅਦ ਜੀ ਪਰਸਨਲ ਅਸਿਸਟੈਂਟ, ਇਹਦੇ 'ਚ 1 ਪੋਸਟ ਹੈ ਜੀ। 35,400 ਤੋਂ 1,12,400 ਤੱਕ ਦਾ ਪੇ ਸਕੇਲ ਹੈ। ਗ੍ਰੈਜੂਏਟ ਤੁਸੀਂ ਹੋਣੇ ਚਾਹੀਦੇ ਹੋ, 3 ਸਾਲ ਦਾ ਤਜਰਬਾ ਹੋਵੇ। ਕੈਲੀਕਟ ਵਿਖੇ 1 ਪੋਸਟ ਹੈ, 30 ਸਾਲ ਤੱਕ ਦੀ ਏਜ ਲਿਮਿਟ ਹੈ। ਇਹ 'ਚ ਤੁਹਾਡਾ ਰਿਟਨ ਟੈਸਟ ਤੇ ਉਦੋਂ ਬਾਅਦ ਸ਼ਾਰਟ ਹੈਂਡ ਸਕਿੱਲ ਟੈਸਟ ਹੋਏਗਾ। ਦੈਨ ਦੋਸਤੋ ਸੀਨੀਅਰ ਅਸਿਸਟੈਂਟ ਦੀਆਂ ਪੋਸਟਾਂ ਜੀ 4 ਪੋਸਟ ਹੈ। 35,400 ਤੋਂ 1,12,400 ਸਕੇਲ ਹੈ। ਗ੍ਰੈਜੂਏਟ ਹੋਣੇ ਚਾਹੀਦੇ ਹੋ, 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਹੈੱਡਕੁਆਟਰ ਵਿਖੇ 1 ਪੋਸਟ ਹੈ, ਇੰਫਾਲ ਵਿਖੇ 1 ਹੈ ਤੇ JNK ਵਿਖੇ 2 ਪੋਸਟ ਹੈ। 32 ਸਾਲ ਤੱਕ ਦੀ ਏਜ ਲਿਮਿਟ ਹੈ। ਰਿਟਨ ਟੈਸਟ ਤੁਹਾਡਾ ਇਹ 'ਚ ਹੋਏਗਾ ਆਬਜੈਕਟਿਵ ਟਾਈਪ। ਸੀਨੀਅਰ ਅਸਿਸਟੈਂਟ ਅਕਾਊਂਟਸ ਦੀ 1 ਪੋਸਟ ਹੈ। 35,400 ਤੋਂ 1,12,400 ਤੱਕ ਦਾ ਸਕੇਲ ਹੈ। ਗ੍ਰੈਜੂਏਟ ਹੋਣੇ ਚਾਹੀਦੇ ਹੋ, ਕਮਰਸ ਦੇ ਵਿੱਚ ਤੁਸੀਂ 60% ਮਾਰਕਸ ਹੋਣ, ਵਿਦ ਡਿਪਲੋਮਾ ਇਨ ਫਾਈਨਾਂਸ ਕੀਤਾ ਹੋਵੇ। ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਕਮਰਸ ਦੇ ਵਿੱਚ ਕੀਤੀ ਹੋਵੇ ਔਰ ਹੈ ਦੋਸਤੋ ਇਹਦੇ ਵਿੱਚ ਨੋਟ ਕਰ ਲਿਓ। ਜਾਂ ਫਿਰ ਤੁਸੀਂ ਪੋਸਟ ਗ੍ਰੈਜੂਏਟ ਡਿਗਰੀ ਕਮਰਸ ਦੇ ਵਿੱਚ 60% ਮਾਰਕਸ ਦੇ ਨਾਲ ਕੀਤੀ ਹੋਵੇ, ਜਾਂ ਫਿਰ ਜੇਕਰ ਤੁਸੀਂ MBA ਫਾਈਨਾਂਸ ਕੀਤੀ ਹੈ 60% ਮਾਰਕਸ ਦੇ ਨਾਲ ਤਾਂ ਵੀ ਅਪਲਾਈ ਕਰ ਸਕਦੇ ਹੋ। ਤੇ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਦਾ ਦਿੱਤਾ ਹੈ, ਨੋਟ ਕਰ ਲਿਓ 2 ਸਾਲ ਦਾ ਚਾਹੀਦਾ ਕਾਲਮ A ਵਾਲੀ ਕੁਆਲੀਫਿਕੇਸ਼ਨ ਦੇ ਲਈ। ਜੇਕਰ ਤੁਸੀਂ ਪੋਸਟ ਗ੍ਰੈਜੂਏਟ ਆ MBA ਕੀਤੀ ਹੈ ਤਾਂ ਕੋਈ ਵੀ ਐਕਸਪੀਰੀਅੰਸ ਨਹੀਂ ਚਾਹੀਦਾ। ਕੋਹੀਮਾ ਵਿਖੇ 1 ਪੋਸਟ ਹੈ, 30 ਸਾਲ ਤੱਕ ਦੀ ਏਜ ਲਿਮਿਟ ਹੈ। ਦੈਨ ਦੋਸਤੋ ਜੂਨੀਅਰ ਅਸਿਸਟੈਂਟ ਦੀਆਂ ਪੋਸਟਾਂ 5 ਪੋਸਟਾਂ ਜੀ। 19,900 ਤੋਂ 63,200 ਸਕੇਲ ਹੈ। ਫਸਟ ਕਲਾਸ ਗ੍ਰੈਜੂਏਟ ਤੁਸੀਂ ਕੀਤੀ ਹੋਵੇ, ਵਿਦ ਟਾਈਪਿੰਗ ਸਪੀਡ ਤੁਹਾਡੀ 30 ਸ਼ਬਦ ਪ੍ਰਤੀ ਮਿੰਟ ਅੰਗਰੇਜ਼ੀ ਦੇ ਵਿੱਚ ਹੋਵੇ ਜਾਂ 25 ਸ਼ਬਦ ਪ੍ਰਤੀ ਮਿੰਟ ਹਿੰਦੀ ਦੇ ਵਿੱਚ ਹੋਵੇ, ਭਾਵ ਕਿ ਦੋਨਾਂ ਦੇ ਵਿੱਚੋਂ ਕੋਈ ਇੱਕ ਸਪੀਡ ਤੁਹਾਡੇ ਕੋਲ ਹੋਣੀ ਚਾਹੀਦੀ ਆ। ਨੌਲੇਜ ਆਫ ਕੰਪਿਊਟਰ ਹੋਵੇ ਤੁਹਾਡੇ ਕੋਲ। ਤੇ ਇਹਦੇ ਲਈ JNK ਵਿਖੇ 2 ਪੋਸਟ ਹੈ। ਰੋਪੜ ਵਿਖੇ ਤੁਹਾਡੀਆਂ 2 ਪੋਸਟ ਹੈ। ਹੈੱਡਕੁਆਟਰ ਵਿਖੇ 1 ਪੋਸਟ ਹੈ। 27 ਸਾਲ ਤੱਕ ਦੀ ਏਜ ਲਿਮਿਟ ਹੈ ਜੀ। ਡਰਾਈਵਰ ਦੀ 1 ਪੋਸਟ ਹੈ ਦੋਸਤੋ। 19,900 63,200 ਤੱਕ ਦਾ ਸਕੇਲ ਹੈ। ਵੈਲਿਡ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਮੋਟਰ ਕਾਰ ਦਾ। ਐਕਸਪੀਰੀਅੰਸ ਹੋਵੇ ਡਰਾਈਵਿੰਗ ਏ ਮੋਟਰ ਕਾਰ ਫॉर ਐਟਲੀਸਟ 3 ਇਅਰਸ। 10ਵੀਂ ਪਾਸ ਹੋਣੇ ਚਾਹੀਦਾ ਕੈਂਡੀਡੇਟ ਟੂ ਪਾਸ ਦਾ ਟ੍ਰੇਡ ਟੈਸਟ ਸਪੈਸੀਫਾਈਡ ਬਾਈ ਦ ਗਵਰਨਮੈਂਟ। ਟ੍ਰੇਡ ਟੈਸਟ ਦੇ ਵਿੱਚ ਹੋਏਗਾ ਡਰਾਈਵਿੰਗ ਟੈਸਟ। ਇੰਫਾਲ ਵਿਖੇ 1 ਪੋਸਟ ਹੈ। 27 ਸਾਲ ਤੱਕ ਦੀ ਏਜ ਲਿਮਿਟ ਹੈ ਜੀ। ਉਸ ਤੋਂ ਬਾਅਦ ਜੀ ਇਲੈਕਟ੍ਰੀਸ਼ੀਅਨ ਦੀ 1 ਪੋਸਟ ਆ ਜਾਂਦੀ ਹੈ। 19,900 ਤੋਂ 63,200 ਸਕੇਲ ਹੈ। ITI ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡੇ ਕੋਲ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ। 2 ਸਾਲ ਦਾ ਤਜਰਬਾ ਹੋਣਾ ਚਾਹੀਦਾ। JNK ਵਿਖੇ ਦੀ 1 ਪੋਸਟ ਹੈ। 27 ਸਾਲ ਤੱਕ ਦੀ ਦੋਸਤੋ ਏਜ ਲਿਮਿਟ ਹੈ। ਦੈਨ ਲਾਇਬ੍ਰੇਰੀ ਅਸਿਸਟੈਂਟ ਦੀ 1 ਪੋਸਟ ਹੈ ਜੀ। 19,900 63,200 ਸਕੇਲ ਹੈ। ਬੈਚਲਰ ਡਿਗਰੀ ਵਿਦ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਕੀਤਾ ਹੋਵੇ। JNK ਵਿਖੇ 1 ਪੋਸਟ ਹੈ। 27 ਸਾਲ ਤੱਕ ਦੀ ਏਜ ਲਿਮਿਟ ਹੈ ਜੀ। ਮਲਟੀ ਟਾਸਕਿੰਗ ਸਟਾਫ MTS ਦੀਆਂ ਦੋਸਤੋ ਟੋਟਲ 13 ਪੋਸਟਾਂ ਬਣਦੀਆਂ। 18,000 ਤੋਂ 56,900 ਤੱਕ ਦਾ ਸਕੇਲ ਬਣਦਾ। ਤੇ ਇਹਦੇ ਵਿੱਚ 10th ਕਲਾਸ ਤੁਸੀਂ ਹੋਣੇ ਚਾਹੀਦੇ ਹੋ। 10ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਦੇ। ਨੋਟ ਕਰ ਲਓ 10ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਜੀ ਮਲਟੀ ਟਾਸਕਿੰਗ ਸਟਾਫ ਦੀ ਪੋਸਟ ਦੇ ਲਈ। ਐਨੀ ਹਾਇਰ ਕੁਆਲੀਫਿਕੇਸ਼ਨ ਦਾ ਵਰਬ ਡਿਸਿਪਲਿਨ ਵਿਲ ਬੀ ਆਲਸੋ ਐਲੀਜੀਬਲ ਫॉर द ਪੋਸਟ। ਜੇ ਕਿਸੇ ਕੋਲ ਹਾਇਰ ਕੁਆਲੀਫਿਕੇਸ਼ਨ ਉਹ ਵੀ ਅਪਲਾਈ ਕਰ ਸਕਦਾ। ਔਰੰਗਾਬਾਦ ਵਿਖੇ ਦੀਆਂ 3 ਪੋਸਟਾਂ ਹੈ। JNK ਵਿਖੇ 3 ਹੈ। ਕਲਕੱਤਾ ਵਿਖੇ ਦੀਆਂ 6 ਪੋਸਟ ਹੈ। ਇੰਫਾਲ ਵਿਖੇ ਦੀ 1 ਪੋਸਟ ਹੈ।
27 ਸਾਲ ਤੱਕ ਦੀ ਦੋਸਤੋ ਏਜ ਲਿਮਿਟ ਹੈ। ਤਾਂ ਇਹ ਸੀ ਦੋਸਤੋ ਪੋਸਟਾਂ ਨੈਲਟ ਦੇ ਵਿੱਚ ਜਿਹੜੀ ਭਰਤੀ ਆਈ ਆ। ਤਾਂ ਇਹਦੇ ਵਿੱਚ ਕਾਫੀ ਪੋਸਟਾਂ ਜਿਹੜੀਆਂ ਪੰਜਾਬ ਰੋਪੜ ਦੇ ਵਿੱਚ ਹੈਗੀਆਂ, ਜਿਹੜਾ ਵੀ ਡਿਜ਼ਾਇਰਡ ਕੈਂਡੀਡੇਟ ਹੈਗਾ ਉਹ ਅਪਲਾਈ ਕਰ ਸਕਦਾ। ਤੇ 30 ਡੇਜ਼ ਦਾ ਟਾਈਮ ਹੋ ਗਿਆ ਦੋਸਤੋ ਫਾਰਮ ਭਰਨ ਦਾ। ਤੇ ਫਾਰਮ ਭਰਨੇ ਜਿਹੜੇ ਸਟਾਰਟ ਹੋਏ 15/7 ਤੋਂ ਹੋਏ ਆ। ਮੈਂ ਤੁਹਾਨੂੰ ਦਿਖਾ ਵੀ ਦਿੰਦਾ, ਇੰਪੋਰਟੈਂਟ ਡੇਟਸ ਨੋਟ ਕਰ ਲਓ। 15/7 ਤੋਂ ਫਾਰਮ ਸਟਾਰਟ ਹੋ ਚੁੱਕੇ ਆ। 13/8/2023 ਤੱਕ ਤੁਸੀਂ ਫਾਰਮ ਇਹਦੇ ਅਪਲਾਈ ਕਰ ਸਕਦੇ ਹੋ ਜੀ। 13 ਅਗਸਤ 2023 ਨੋਟ ਕਰ ਲਓ। ਤੇ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰਾਮ ਤੇ ਵੀ ਮਿਲ ਜਾਏਗਾ, ਪਲੱਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਵੀ ਮਿਲ ਜਾਏਗਾ। ਉੱਥੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ। ਐਡਵਰਟੀਜ਼ਮੈਂਟ ਵੀ ਤੁਹਾਨੂੰ ਟੈਲੀਗ੍ਰਾਮ ਤੇ ਪਾ ਦਾਂਗੇ, ਡਿਸਕ੍ਰਿਪਸ਼ਨ 'ਚ ਵੀ ਲਿੰਕ ਪਾ ਦਾਂਗੇ। ਠੀਕ ਹੈ ਜੀ। ਤਾਂ ਇਹ ਡਿਟੇਲ ਵਗੈਰਾ ਸੀ ਤੇ ਫੀਸ ਵਗੈਰਾ ਵੀ ਆਪਾਂ ਚੈੱਕ ਕਰ ਲੈਂਦੇ ਹਾਂ। ਤੇ ਦੋਸਤੋ ਜਿਹੜੀ ਐਪਲੀਕੇਸ਼ਨ ਫੀਸ ਰੱਖੀ ਗਈ ਆ ਉਹ ਰੱਖੀ ਗਈ ਹੈ ਜੀ ਜਿਹੜੀਆਂ ਪੋਸਟਾਂ ਲੈਵਲ 10 ਦੀਆਂ ਨੇ ਜਾਂ ਅਬਵ ਦੀਆਂ ਨੇ, ਗ੍ਰੇਡ ਪੇ ਜਿਨ੍ਹਾਂ ਦਾ ਲੈਵਲ 10 ਜਾਂ ਅਬਵ ਹੈ। ਜਨਰਲ ਕੈਟੇਗਰੀ ਦੇ ਲਈ 800 ਰੁਪਏ ਫੀਸ ਆ। SC ST PWD ਵੂਮਨ ਕੈਂਡੀਡੇਟ ਐਕਸ ਸਰਵਿਸਮੈਨ ਦੇ ਲਈ 400 ਹੈ। ਜਿਨ੍ਹਾਂ ਪੋਸਟਾਂ ਦਾ ਲੈਵਲ 7 ਆ ਜਾਂ ਤੋਂ ਨੀਚੇ ਲੈਵਲ ਦੀਆਂ ਪੋਸਟਾਂ ਨੇ ਗ੍ਰੇਡ ਪੇ ਦੇ ਅਨੁਸਾਰ ਤਾਂ ਉਹਨਾਂ ਦੀ 600 ਰੁਪਏ ਫੀਸ ਆ। SC ST PWD ਵੂਮਨ ਐਕਸ ਸਰਵਿਸਮੈਨ ਦੀ 300 ਰੁਪਏ ਫੀਸ ਆ। ਠੀਕ ਹੈ ਜੀ। ਤਾਂ ਫੀਸ ਆ ਜਿਹੜੀ ਫੀਸ ਤੁਸੀਂ ਕਿਸੇ ਵੀ ਮੋਡ ਰਾਹੀਂ ਭਰ ਸਕਦੇ ਹੋ। ਡਿਮਾਂਡ ਡਰਾਫਟ, ਪੇ ਆਰਡਰ, ਚੈੱਕ ਔਰ ਚਲਾਨ ਦੇ ਰਾਹੀਂ ਨਹੀਂ ਭਰ ਸਕਦੇ। ਸੌਰੀ, ਇੱਥੇ ਲਿਖਿਆ ਇਹਨਾਂ ਨੇ ਫੀਸ ਥਰੂ ਐਨੀ ਅਦਰ ਮੋਡ ਲਾਈਕ ਡਿਮਾਂਡ ਡਰਾਫਟ, ਪੇ ਆਰਡਰ, ਚੈੱਕ ਔਰ ਚਲਾਨ ਵਿਲ ਨਾਟ ਬੀ ਅਸੈਪਟਡ। ਤਾਂ ਜਿਹੜੀ ਫੀਸ ਵਗੈਰਾ ਹੋਏਗੀ ਇਹਨਾਂ ਦੇ ਪੋਰਟਲ ਤੇ ਹੀ ਭਰੀ ਜਾਣੀ ਆ। ਠੀਕ ਹੈ। ਆਨਲਾਈਨ ਪੇਮੈਂਟ ਪ੍ਰੋਸੈਸ ਦਾ ਸਿਸਟਮ ਇਹਨਾਂ ਦਾ ਇਹ